कि अफ्ताब टेल्स हिज डॉटर अपनी डॉटर ਨੂੰ ਕਹਿ ਰਿਹਾ कि 7 year ago I was 7 times old as you are। ਅੱਜ ਤੋਂ 7 ਸਾਲ ਪਹਿਲਾਂ ਮੈਂ ਤੇਰੇ ਨਾਲੋਂ 7 ਗੁਣਾ ਜ਼ਿਆਦਾ ਏਜ ਦਾ ਸੀਗਾ। ਤੋਂ ਪਾਸਟ ਦੀ ਗੱਲ ਕਰ ਰਿਹਾ ਨਾ, ਤਾਂ ਇੱਕ ਵਾਰ ਆਪਾਂ ਨੂੰ ਪ੍ਰੈਜ਼ੈਂਟ ਏਜ ਲੈਟ ਕਰਨੀਆਂ ਪੈਣੀਆਂ। ਲੈਟ ਅਫਤਾਬ ਪ੍ਰੈਜ਼ੈਂਟ ਏਜ, ਜੋ ਹੁਣ ਦੀ ਪ੍ਰੈਜ਼ੈਂਟ ਏਜ ਆ, ਇਹ ਲੈਟ ਕਰ ਲੈਨੇ ਆਪਾਂ x ਈਅਰਸ। ਠੀਕ ਹੈ, ਪ੍ਰੈਜ਼ੈਂਟਲੀ ਉਹ ਕਿੰਨੇ ਸਾਲ ਦਾ, x ਸਾਲ ਦਾ। ਤੇ ਫਿਰ ਕੀ ਗਿਆ ਹੁਣ ਆਪਾਂ, ਹਾਂ ਹਿਸ ਡਾਟਰ ਏਜ, ਤਾਂ ਉਹਦੀ ਡਾਟਰ ਦੀ ਏਜ ਆਪਾਂ ਨੂੰ ਵੀ ਗਿਵਨ ਨਹੀਂ ਗੀ, ਤਾਂ ਉਹ ਲੈਟ ਕਰ ਲਓ y ਈਅਰਸ। ਤੇ ਉਹ ਕੀ ਕਹਿ ਰਿਹਾ, ਅਕੋਰਡਿੰਗ ਟੂ ਕੁਐਸਚਨਸ ਦ ਗਿਵਨ ਦੈਟ 7 year ago, ਤਾਂ 7 year ago ਅਫਤਾਬ ਦੀ ਏਜ ਕੀ ਹੋਏਗੀ, ਪ੍ਰੈਜ਼ੈਂਟ ਏਜ ਤੋਂ 7 ਲੈਸ ਹੋਏਗੀ। ਪਤਾ ਚੱਲ ਰਿਹਾ ਨਾ। ਜੇ ਆਪਾਂ ਮੰਨ ਲਓ ਅੱਜ ਆਪਾਂ ਤੁਹਾਡੀ ਏਜ ਮੰਨ ਲਓ ਅੱਜ ਕਿਸੇ ਦੀ 16 ਈਅਰ ਆ, ਤਾਂ ਅੱਜ ਤੋਂ 7 ਸਾਲ ਪਹਿਲਾਂ ਏਜ ਆਪਾਂ ਕਿਵੇਂ ਕੱਢਾਂਗੇ, ਆਪਾਂ ਪ੍ਰੈਜ਼ੈਂਟ ਏਜ ਦੇ ਵਿੱਚੋਂ 7 ਈਅਰ ਮਾਈਨਸ ਕਰ ਦਾਂਗੇ। ਤਾਂ ਵੀ ਆਪਣੀ 7 ਈਅਰ ਏਜ ਪਹਿਲਾਂ ਦੀ ਗੱਲ ਕਰ ਰਿਹਾ ਸੀਗਾ, ਤਾਂ ਉਹਦੀ 7 ਈਅਰ ਅਗੋ ਏਜ ਕਿੰਨੀ ਹੋਏਗੀ, x ਮਾਈਨਸ 7। ਉਹਦੀ ਡਾਟਰ ਦੀ ਏਜ ਕੀ ਹੋਏਗੀ 7 ਈਅਰ ਅਗੋ, y ਮਾਈਨਸ 7। ਠੀਕ ਹੈ ਬਤਾ। ਤੇ ਕਹਿ ਕੀ ਰਿਹਾ ਉਹ, ਆਪਣੀ ਡਾਟਰ ਨੂੰ ਕਹਿ ਰਿਹਾ ਕਿ 7 ਈਅਰ ਅਗੋ I was 7 times old as you are। ਮੈਂ ਇਥੋਂ 7 ਗੁਣਾ ਜ਼ਿਆਦਾ ਏਜ ਸੀਗਾ 7 ਸਾਲ ਪਹਿਲਾਂ। ਤਾਂ ਹੁਣ ਆਪਾਂ ਇਹਨਾਂ ਦੋਨਾਂ ਨੂੰ ਇਕੁਅਲ ਕਰਨਾ, ਇੱਥੇ ਇਕੁਅਲ ਟੂ ਦਾ ਸਾਈਨ ਪਾ ਰਹੇ ਹਾਂ, ਤਾਂ ਦੋਨੋਂ ਸਾਈਡਾਂ ਨੂੰ ਇਕੁਅਲ ਕਰਨਾ। ਤਾਂ ਇਕੁਅਲ ਕਿਵੇਂ ਕਰ ਸਕਦੇ ਆਪਾਂ, ਜਿਵੇਂ ਉਹਨੇ ਕਿਹਾ ਹੋਇਆ, ਦੇਖੋ ਕਹਿੰਦਾ ਕਿ ਅਫਤਾਬ ਦੀ ਏਜ ਜਿਹੜੀ ਉਸ ਟਾਈਮ ਕੀ ਸੀਗੀ, 7 ਟਾਈਮਸ ਜ਼ਿਆਦਾ ਸੀ ਕਿਹਦੇ ਨਾਲੋਂ, ਆਪਣੀ ਡਾਟਰ ਦੀ ਏਜ ਨਾਲੋਂ। ਤਾਂ ਆਪਾਂ x ਮਾਈਨਸ 7 ਨੂੰ ਇਕੁਅਲ ਰੱਖਤਾ 7 ਟਾਈਮਸ ਹਿਸ ਡਾਟਰ ਏਜ। ਠੀਕ ਹੈ, ਤਾਂ ਹੁਣ ਆਪਾਂ ਦੋਨੋਂ ਇਕੁਅਲ ਰੱਖ ਸਕਦੇ, ਇਕੁਅਲ ਟੂ ਦਾ ਸਾਈਨ ਮੈਂ ਪਾ ਸਕਦਾ ਕਿਉਂਕਿ ਦੋਨੋਂ ਸਾਈਡ ਵੈਲਿਊ ਸੇਮ ਹੋ ਗਈਆਂ। ਤੈਨੂੰ ਥੋੜਾ ਐਕਸਪੈਂਡ ਕਰਨਾ, ਓਪਨ ਕਰਨਾ, ਤਾਂ ਉਸ ਤੋਂ ਬਾਅਦ ਗ੍ਰਾਫਿਕਲ ਮੈਥਡ ਕਲੀਅਰ ਹੀ ਹੈ ਸਾਰਿਆਂ ਨੂੰ। ਇਹਨੂੰ ਖੋਲੋ ਬਸ, x ਮਾਈਨਸ 7y, ਇਹ 7 ਦੇ ਅੱਗੇ ਪਲੱਸ ਹੋ ਜਾਏਗਾ, ਮਾਈਨਸ 49 ਪਲੱਸ 7 ਮਾਈਨਸ 42। ਦਿਸ ਇਜ਼ ਇਕੁਏਸ਼ਨ ਨੰਬਰ 1। ਸੈਕੰਡ ਸਟੇਟਮੈਂਟ ਵਿੱਚ ਉਹਨਾਂ ਨੇ ਕੀ ਕਿਹਾ, ਦੇਖੋ ਸੈਕੰਡ ਸਟੇਟਮੈਂਟ ਚੋਂ ਕਹਿ ਰਹੇ ਆ ਆਫਟਰ 3 ਈਅਰ, ਜਾਂ ਕਹਿੰਦਾ ਅੱਜ ਤੋਂ 3 ਸਾਲ ਬਾਅਦ I was 3 times old as you are। ਅੱਜ ਤੋਂ 3 ਸਾਲ ਬਾਅਦ ਮੈਂ ਤੇਰੇ ਨਾਲੋਂ 3 ਗੁਣਾ ਵੱਡਾ ਹੋਵਾਂਗਾ। I will be 3 times old। ਤਾਂ ਅਫਤਾਬ ਦੀ ਏਜ ਆਫਟਰ 3 ਈਅਰ x ਪਲੱਸ 3 ਹੋਏਗੀ, ਡਾਟਰ ਦੀ ਉਹਦੀ ਏਜ ਹੋਏਗੀ y ਪਲੱਸ 3। ਤਾਂ ਕਹਿ ਕੀ ਰਿਹਾ ਹੋ, I will be 3 times old as you are, you will be at that time। ਤਾਂ ਇਕੁਏਸ਼ਨ ਇਹ ਬਣ ਜਾਏਗੀ x plus 3 equal to 3 times his daughter age after 3 year। ਇਹਨੂੰ ਪਤਾ ਐਕਸਪੈਂਡ ਕਰ ਲਓ ਥੋੜਾ, ਐਕਸਪੈਂਡ ਕਰਾਂਗੇ ਤੇ ਬਣੇਗਾ x plus 3 3y plus 9, ਤਾਂ x minus 3y, ਇਹ 3 ਉਧਰ ਕੇ ਮਾਈਨਸ ਹੋ ਜਾਏਗਾ, ਤਾਂ ਇਕੁਏਸ਼ਨ ਬਣ ਜਾਏਗੀ। ਤਾਂ ਇਸ ਤਰ੍ਹਾਂ ਦੋ ਇਕੁਏਸ਼ਨਸ ਬਣ ਗਈਆਂ, ਦੋਨੋਂ ਇਕੁਏਸ਼ਨਸ ਨੂੰ ਗ੍ਰਾਫਿਕਲ ਮੈਥਡ ਦੇ ਨਾਲ ਤੁਸੀਂ ਸੋਲਵ ਕਰ ਸਕਦੇ ਹੋ। ਠੀਕ ਹੈ ਪੁੱਤ। ਤਾਂ ਕੋਸ਼ਿਸ਼ ਕਰਿਆ ਕਰੋ ਪੁੱਤ ਰਿਵੀਜ਼ਨ ਨੂੰ, ਅਗਰ ਵਧੀਆ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਕਿ ਜ਼ਿਆਦਾ ਵਧੀਆ ਤਰੀਕੇ ਨਾਲ ਰਿਵੀਜ਼ਨ ਹੋਵੇ, ਤਾਂ ਉਹਦੇ ਲਈ ਇੱਕ ਚੀਜ਼ ਕੱਲ ਤੋਂ ਕਰਨੀ ਤੁਸੀਂ, ਕਿ ਜੋ YouTube ਤੇ ਵੀਡੀਓਜ਼ ਆਪਣੀਆਂ ਪਈਆਂ ਪੁਰਾਣੇ ਲੈਕਚਰਸ ਦੀਆਂ ਸਾਰੀਆਂ ਦੀਆਂ, ਠੀਕ ਹੈ, ਤਾਂ ਕਿ ਆਪਣਾ ਰੈਪੀਟੀਸ਼ਨ ਤੇ ਟਾਈਮ ਵੇਸਟ ਨਾ ਹੋਵੇ। ਜੋ ਤੁਹਾਡੇ ਪ੍ਰੋਪਰ ਡਾਊਟਸ ਆ ਉਹਦੇ ਉੱਪਰ ਆਪਣਾ ਟਾਈਮ ਲੱਗੇ। ਠੀਕ ਹੈ, ਤਾਂ ਵੀਡੀਓਜ਼ ਦੇਖ ਕੇ ਤੁਸੀਂ ਇੱਕ ਵਾਰ ਕਨਸੈਪਟ ਸਮਝ ਲੈਣਾ, ਉਸ ਤੋਂ ਬਾਅਦ ਕੁਐਸਚਨਸ ਘਰੇ ਕਰਨੇ ਆ ਤੁਸੀਂ। ਕਿਸੇ ਪਾਰਟੀਕੂਲਰ ਕੁਐਸਚਨ ਦੇ ਵਿੱਚ ਡਾਊਟ ਲੱਗ ਰਿਹਾ ਹੋਏਗਾ ਤੁਹਾਨੂੰ, ਤਾਂ ਉਹ ਜ਼ਰੂਰ ਮੇਥੋਂ ਸਮਝੀ ਚੱਲੋ। ਠੀਕ ਹੈ, ਤਾਂ ਕਿ ਤੁਸੀਂ ਜ਼ਿਆਦਾ ਕਲੀਅਰ ਤਰੀਕੇ ਨਾਲ, ਵਧੀਆ ਤਰੀਕੇ ਨਾਲ ਰਿਵੀਜ਼ਨ ਕਰ ਸਕੋ। ਅੱਗੇ ਦੇਖੋ, ਇੱਕ ਹੋਰ ਚੀਜ਼ ਪੁੱਛੀ ਸੀ ਮੈਨੂੰ ਵੀ, 3.2 ਦਾ ਪੁੱਛਿਆ ਸੈਕੰਡ ਪਾਰਟ।
ਤਾਂ ਸੈਕੰਡ ਪਾਰਟ ਦੇਖੋ ਕੀ ਹੈ ਉਹ ਤਾਂ ਆਪਣਾ ਕੋਲੇ 3.2 ਦਾ ਜਿਹੜਾ ਉਹਦੇ ਚ ਤੁਹਾਨੂੰ ਕਿਹਾ ਸੀ ਮੈਂ ਕਿ ਰੇਸ਼ੋ ਚੈੱਕ ਕਰਨੀ ਹੈ ਮੋਸਟਲੀ ਸਾਰਿਆਂ ਨੂੰ ਰੇਸ਼ੋ ਚੈੱਕ ਕਰਨੀ ਆਉਂਦੀ ਆ ਬਟ ਉਹ ਰੇਸ਼ੋ ਦੇ ਅਕੋਰਡਿੰਗ ਤੁਹਾਨੂੰ ਕਿਹਾ ਸੀ ਅਗਰ ਰੇਸ਼ੋ ਮੰਨ ਲਓ ਜਿਵੇਂ a1/a2 ਆ ਦੋ ਇਕੁਏਸ਼ਨਸ ਗਿਵਨ ਆਪਾਂ ਨੂੰ x - 2y + 3z ਇਕੁਅਲ ਟੂ ਨਹੀਂ z ਦੀ ਫਾਰਮ ਚ ਨਹੀਂ ਤੁਹਾਨੂੰ ਟੂ ਵੇਰੀਏਬਲ ਫਾਰਮ ਹੀ ਆ ਚ x - 2y + 6 ਇਕੁਅਲ ਟੂ 0 2x - 3y + 5 ਇਕੁਅਲ ਟੂ 0 ਤਾਂ ਦੋ ਇਕੁਏਸ਼ਨਸ ਆਪਾਂ ਨੂੰ ਗਿਵਨ ਆ ਤਾਂ ਕਹਿੰਦੇ ਫਾਈਂਡ ਆਊਟ ਦਾ ਟਾਈਪ ਆਫ ਸੋਲੂਸ਼ਨ ਜਾਂ ਨੇਚਰ ਆਫ ਸੋਲੂਸ਼ਨ ਇਹਦਾ ਜਿਹੜਾ ਆਨਸਰ ਆਏਗਾ ਉਹ ਕਿਸ ਤਰ੍ਹਾਂ ਦਾ ਆਏਗਾ ਤਾਂ ਤਿੰਨ ਤਰ੍ਹਾਂ ਦੇ ਆਨਸਰ ਆਪਾਂ ਪੜ੍ਹੇ ਹੋਏ ਆ ਕਿਹੜੇ ਹੁੰਦੇ ਆ ਇੱਕ ਯੂਨੀਕ ਸੋਲੂਸ਼ਨ ਯੂਨੀਕ ਮੀਨਸ ਇੱਕ ਪਾਰਟਿਕੂਲਰ ਆਨਸਰ ਆਏਗਾ ਆਪਣਾ x y ਦਾ ਫਿਰ ਹੁੰਦਾ ਨੋ ਸੋਲੂਸ਼ਨ means there is no value of x for y and y for which the equation satisfied ਮਤਲਬ x y ਦੀ ਕੋਈ ਇਸ ਤਰ੍ਹਾਂ ਦੀ ਵੈਲਿਊ ਹੈ ਨਹੀਂ ਜਿਹਦੇ ਵਾਸਤੇ ਇਕੁਏਸ਼ਨ ਸੈਟੀਸਫਾਈ ਹੋ ਜਾਏ ਤਾਂ ਉਹ ਆਪਾਂ ਕਹਿੰਦੇ ਨੋ ਸੋਲੂਸ਼ਨ ਆ ਕੋਈ ਆਨਸਰ ਹੀ ਹੈ ਨਹੀਂ ਆਪਣੇ ਕੋਲੇ ਠੀਕ ਹੈ x y ਦਾ ਤੇ ਥਰਡ ਟਾਈਪ ਹੁੰਦੀ ਹੈ ਮੈਨੀ ਸੋਲੂਸ਼ਨਸ ਜਾਂ ਇਨਫਾਈਨਾਈਟ ਮੈਨੀ ਸੋਲੂਸ਼ਨਸ ਬੋਲਦੇ ਆਪਾਂ ਮੋਰ ਦੈਨ ਵਨ ਜਿਹੜੇ ਆਪਣੇ ਕੋਲੇ ਆਨਸਰ ਹੋ ਸਕਦੇ ਆ ਤਾਂ ਇਹਨਾਂ ਤਿੰਨਾਂ ਦਾ ਆਪਾਂ ਨੂੰ ਪਤਾ ਕਿਵੇਂ ਲੱਗਦਾ ਵਾ ਦੇਖੋ ਤਾਂ ਆਪਾਂ ਇਕੁਏਸ਼ਨਸ ਤੋਂ ਦੇਖਣ ਤੋਂ ਪਹਿਲਾਂ ਸੋਲਵ ਕਰਨ ਤੋਂ ਪਹਿਲਾਂ ਹੀ ਦੱਸ ਸਕਦੇ ਆ ਕਿ ਮੈਨੀ ਸੋਲੂਸ਼ਨ ਆ ਜਾਂ ਵਨ ਸੋਲੂਸ਼ਨ ਆ ਜਾਂ ਆਪਣੇ ਕੋਲੇ ਨੋ ਸੋਲੂਸ਼ਨ ਆ ਤਾਂ ਚੈੱਕ ਕਰਨ ਦਾ ਮੈਥਡ ਆਪਾਂ ਸਮਝਾਇਆ ਹੋਇਆ ਤੁਹਾਨੂੰ ਮੈਂ ਕੀ ਕਰਨਾ ਸੀ ਆਪਾਂ a1/a2 ਰੇਸ਼ੋ ਚੈੱਕ ਕਰ ਲੈਣੀ ਆ a1 ਕੀ ਹੋਏਗਾ ਦਾ ਕੋਐਫੀਸ਼ੀਐਂਟ ਆਫ x ਇਨ ਫਰਸਟ ਇਕੁਏਸ਼ਨ a2 is the coefficient of x in second equation ਇਹ ਆ ਗਿਆ 1/2 b1/b2 ਆਪਣੇ ਕੋਲ ਕਿੰਨਾ ਆ ਜਾਏਗਾ -2 y ਦਾ ਕੋਐਫੀਸ਼ੀਐਂਟ ਇੱਥੇ -2 ਆ ਇਹ y ਦਾ ਕੋਐਫੀਸ਼ੀਐਂਟ -3 ਆ ਤਾਂ ਮਾਈਨਸ ਕੱਟ ਕੇ 2/3 ਆ ਜਾਏਗਾ ਉਸ ਤਰ੍ਹਾਂ c1/c2 ਇਹ ਕਿੰਨਾ ਆ ਜਾਏਗਾ ਆਪਣੇ ਕੋਲੇ c1 ਦੀ ਵੈਲਿਊ +6 ਆ c2 ਦੀ +5 ਆ ਤੇ ਇਸ ਤਰ੍ਹਾਂ ਤਿੰਨੋਂ ਰੇਸ਼ੋ ਆਪਾਂ ਫਾਈਂਡ ਆਊਟ ਕਰ ਲੈਣੀ ਆ ਉਸ ਤੋਂ ਬਾਅਦ ਆਪਾਂ ਰੇਸ਼ੀਓਸ ਤੋਂ ਮੈਨੂੰ ਪਤਾ ਲੱਗ ਜਾਏਗਾ ਕਿ ਫਸਟ ਟੂ ਰੇਸ਼ੋ ਇਕੁਅਲ ਆ ਕਿ ਨਹੀਂ ਇਕੁਅਲ ਤਾਂ ਇਸ ਸਟੇਟਮੈਂਟ 'ਚ ਅਗਰ ਮੈਂ ਦੇਖਾਂ a1/a2 1/2 ਆ b1/b2 2/3 ਆ ਤਾਂ ਫਸਟ ਟੂ ਰੇਸ਼ੋਸ ਇਕੁਅਲ ਨਹੀਂ ਗਈਆਂ ਨਾਟ ਇਕੁਅਲ ਆ ਤਾਂ ਅਗਰ ਫਸਟ ਟੂ ਰੇਸ਼ੋ ਨਾਟ ਇਕੁਅਲ ਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਦੇ ਹੈਵ ਯੂਨੀਕ ਸੋਲੂਸ਼ਨਸ ਠੀਕ ਹੈ ਅਗਰ ਪਹਿਲੀਆਂ ਦੋ ਰੇਸ਼ੋ ਇਕੁਅਲ ਹੋਣ ਤਾਂ ਉਹਨੂੰ ਆਪਾਂ ਬੋਲਦੇ ਹਾਂ ਜਿਹੜਾ ਆਨਸਰ ਆਪਣਾ ਕੀ ਆ ਰਿਹਾ ਵਾ ਯੂਨੀਕ ਆਨਸਰ ਆਏਗਾ ਯੂਨੀਕ ਸੋਲੂਸ਼ਨ ਆਏਗਾ ਮਤਲਬ ਪਾਰਟਿਕੂਲਰ ਆਨਸਰ ਆਏਗਾ ਆਪਣਾ ਯੂਨੀਕ ਮੀਨਸ ਇੱਕ x y ਦਾ ਤਾਂ ਬਟ ਇੱਕ ਵਾਰ ਦੇਖ ਲਓ ਸਾਰਾ ਚੰਗੀ ਤਰ੍ਹਾਂ ਧਿਆਨ ਨਾਲ ਤਾਂ ਇਸ ਤੋਂ ਬਾਅਦ ਯੂਨੀਕ ਸੋਲੂਸ਼ਨ ਤੋਂ ਬਾਅਦ ਅਗਲਾ ਆਪਣਾ ਕੋਲ ਇਹ ਸੀਗਾ ਕਿ ਅਗਰ ਫਸਟ ਟੂ ਰੇਸ਼ੋ ਇਕੁਅਲ ਆ ਗਈਆਂ ਆਪਾਂ ਫਸਟ ਪਾਰਟ ਕੀਤਾ ਕਿ ਅਗਰ ਪਹਿਲੀਆਂ ਦੋ ਰੇਸ਼ੋ ਇਕੁਅਲ ਨਹੀਂ ਆਈਆਂ ਸੈਕੰਡ ਪਾਰਟ ਚ ਪਾਵਾਂਗੇ ਜਦੋਂ ਪਹਿਲੀਆਂ ਦੋ ਰੇਸ਼ੋ ਇਕੁਅਲ ਆ ਗਈਆਂ ਉਦੋਂ ਕੀ ਹੋਏਗਾ ਤਾਂ ਉਦੋਂ ਬੇਟਾ ਤੁਹਾਨੂੰ ਥਰਡ ਰੇਸ਼ੋ ਵੀ ਚੈੱਕ ਕਰਨੀ ਪਏਗੀ ਫਸਟ ਟੂ ਰੇਸ਼ੋ ਤਾਂ ਆਪਾਂ ਦੇਖ ਹੀ ਲਈਆਂ ਉਸ ਤੋਂ ਬਾਅਦ ਥਰਡ ਰੇਸ਼ੋ ਚੈੱਕ ਕਰੋਗੇ ਤਾਂ ਥਰਡ ਰੇਸ਼ੋ ਆਪਣੇ ਕੋਲ ਕੀ ਹੈ ਦੇਖੋ ਉਹ ਹੈਗੀ ਹੈ 6/5 ਇੱਕ ਪੁੱਤ ਧਿਆਨ ਦਿਓ ਕਿ ਥਰਡ ਰੇਸ਼ੋ ਆਪਾਂ ਚੈੱਕ ਕਿਦੋਂ ਕਰਨੀ ਆ ਅਗਰ ਫਸਟ ਟੂ ਰੇਸ਼ੋ ਇਕੁਅਲ ਆਈਆਂ ਉਸ ਤੋਂ ਬਾਅਦ ਚੈੱਕ ਕਰਨੀ ਹੈ ਇਹ ਸਟੇਟਮੈਂਟ ਤੁਹਾਨੂੰ ਆਪਾਂ ਨੂੰ ਲੋੜ ਨਹੀਂ ਪੈਣੀ ਚੈੱਕ ਕਰਨ ਦੀ ਕਿਉਂਕਿ ਪਹਿਲੀਆਂ ਦੋ ਰੇਸ਼ੋ ਹੀ ਨਾਟ ਇਕੁਅਲ ਆ ਗਈਆਂ ਉਹ ਆਪਾਂ ਦੇਖਾਂਗੇ ਅਗਰ ਪਹਿਲੀਆਂ ਦੋ ਰੇਸ਼ੋ ਇਕੁਅਲ ਆ ਗਈਆਂ ਉਸ ਤੋਂ ਬਾਅਦ ਕੀ ਦੇਖਾਂਗੇ ਤਾਂ ਇੱਕ ਐਗਜ਼ਾਮਪਲ ਲੈ ਕੇ ਸਮਝਾਉਣਾ ਮੈਂ ਤੁਹਾਨੂੰ ਦੀ ਚਲੋ ਤਾਂ ਆਪਾਂ ਕਿਹਾ ਸੀਗਾ ਕਿ ਅਗਰ ਪਹਿਲੀਆਂ ਦੋ ਰੇਸ਼ੋ ਇਕੁਅਲ ਆ ਗਈਆਂ ਤਾਂ ਕੀ ਹੋਏਗਾ ਮੰਨ ਲਓ ਇਹ ਵੀ 1/2 ਆ ਜਾਂਦਾ ਫਸਟ ਵੀ 1/2 ਆ ਸੈਕਿੰਡ ਵੀ 1/2 ਆ ਤਾਂ ਉਦੋਂ ਕਹਿੰਦੇ ਆਪਾਂ ਫਸਟ ਟੂ ਰੇਸ਼ੋਸ ਇਕੁਅਲ ਆ ਗਈਆਂ ਜੇ ਫਸਟ ਟੂ ਰੇਸ਼ੋ ਇਕੁਅਲ ਆ ਤਾਂ ਥਰਡ ਰੇਸ਼ੋ ਚੈੱਕ ਕਰੋ ਅਗਰ ਥਰਡ ਰੇਸ਼ੋ ਵੀ ਇਕੁਅਲ ਆ ਗਈ ਮਤਲਬ ਤਿੰਨੋਂ ਹੀ 1/2 1/2 1/2 ਆ ਗਈਆਂ ਤਾਂ ਆਪਾਂ ਕਹਾਂਗੇ ਮੈਨੀ ਸੋਲੂਸ਼ਨਸ ਆ ਫਿਰ ਆਨਸਰ ਕੀ ਆਏਗਾ ਮੈਨੀ ਸੋਲੂਸ਼ਨਸ ਤੇ ਅਗਰ ਥਰਡ ਰੇਸ਼ੋ ਇਕੁਅਲ ਨਹੀਂ ਆਈ ਫਸਟ ਟੂ ਇਕੁਅਲਸ ਆ ਬਟ c1/c2 ਨਾਟ ਇਕੁਅਲ ਆ ਤਾਂ ਫਿਰ ਕੀ ਹੋਏਗਾ ਫਿਰ ਬੋਲਦੇ ਆਪਾਂ ਨੋ ਸੋਲੂਸ਼ਨ ਕੋਈ ਆਨਸਰ ਨਹੀਂ ਆਏਗਾ ਮੇਰਾ ਸੋਲਵ ਕਰਨ ਤੋਂ ਬਾਅਦ ਮੈਨੂੰ x y ਦਾ ਕੋਈ ਵੀ ਆਨਸਰ ਮਿਲੇਗਾ ਨਹੀਂ ਤਾਂ ਉਦੋਂ ਆਪਾਂ ਬੋਲਾਂਗੇ ਨੋ ਸੋਲੂਸ਼ਨ ਠੀਕ ਹੈ ਤਿੰਨ ਮੈਥਡਸ ਆਏ
तो रिपीट करते हैं की है फर्स्ट अगर की है इफ a1/a2 नॉट इक्वल टू b1/2 then third ratio चेक करने की जरूरत ही नहीं अपन तो आप कह सकते हैं the equation have unique solutions but if first two ratios are equal then we check the third ratio if third ratio is also equal to the first two ratios then there are many solutions but in third case if first two ratios are equal but third ratio is not equal to the first two ratios then we said that the equation have no solution there is no value of x and y for which the equation satisfied ਤਾਂ ਪੁੱਤ ਆਪਣੇ ਕੋਲੇ ਹੈਗੇ ਤਿੰਨ ਕੇਸਸ ਬਣਦੇ ਆ ਇਹਦੇ ਬੇਸ ਤੇ ਤਿੰਨ ਗ੍ਰਾਫ ਆਪਾਂ ਜਿਹੜੇ ਬਣਨਗੇ ਉਹ ਗ੍ਰਾਫ ਵੀ ਆਪਾਂ ਬਣਾਉਣ ਤੋਂ ਪਹਿਲਾਂ ਹੀ ਦੱਸ ਸਕਦੇ ਆ ਕਿਸ ਤਰ੍ਹਾਂ ਦੇ ਹੋਣਗੇ ਇਹ ਵੀ ਮੈਂ ਤੁਹਾਨੂੰ ਕਰਵਾਇਆ ਸੀ ਪਹਿਲਾਂ ਤਾਂ ਗ੍ਰਾਫ ਦੇ ਵਿੱਚ ਆਪਾਂ ਦੱਸਿਆ ਸੀ ਅਗਰ ਆਪਣੇ ਕੋਲੇ ਯੂਨੀਕ ਸੋਲੂਸ਼ਨ ਆ ਜਿਹੜਾ ਗ੍ਰਾਫ ਬਣਾਉਣੇ ਆਪਾਂ ਆ ਐਕਸ ਐਕਸਿਸ ਆ ਵਾਈ ਐਕਸਿਸ ਆ ਤਾਂ ਜਿਹੜੀਆਂ ਲਾਈਨਾਂ ਬਣਨਗੀਆਂ ਆਪਣੀਆਂ ਦੋਨੋਂ ਗ੍ਰਾਫ ਦੇ ਉੱਪਰ ਉਹ ਲਾਈਨਾਂ ਇੱਕ ਪੁਆਇੰਟ ਤੇ ਕੱਟ ਕਰਨਗੀਆਂ ਤੇ ਅਗਰ ਲਾਈਨਸ ਕੱਟ ਕਰੀਆਂ ਇੱਕ ਪੁਆਇੰਟ ਦੇ ਉੱਪਰ ਤਾਂ ਆਪਾਂ ਕਹਿੰਦੇ ਆ ਕੀ ਆ ਕਦੋਂ ਕੱਟ ਕਰਨੀਆਂ ਦੋ ਲਾਈਨਾਂ ਇੱਕ ਤਰ੍ਹਾਂ ਦੇ ਜਦੋਂ ਆਪਣੇ ਕੋਲੇ ਕੀ ਹੋਏਗਾ ਯੂਨੀਕ ਸੋਲੂਸ਼ਨ ਹੋਏਗਾ ਜਿਹੜਾ ਫਸਟ ਕੇਸ ਕੀਤਾ ਸੀ ਆਪਾਂ ਉਦੋਂ ਲਾਈਨਾਂ ਕੱਟ ਕਰ ਜਾਣਗੀਆਂ ਅਗਰ ਮੈਨੀ ਸੋਲੂਸ਼ਨ ਹੋਇਆ ਮੈਨੀ ਸੋਲੂਸ਼ਨ ਵਾਲਾ ਕੇਸ ਬਣਿਆ ਮਤਲਬ ਤਿੰਨੋਂ ਰੇਸ਼ੋ ਇਕੁਅਲ ਹੋ ਗਈਆਂ ਸੀ ਤਾਂ ਉਦੋਂ ਕੀ ਹੋਏਗਾ ਜਿਹੜੀਆਂ ਲਾਈਨ ਆ ਕੋਇਨਸਾਈਡ ਲਾਈਨਸ ਬੋਲਦੇ ਉਹਨਾਂ ਆਪਾਂ ਕੋਇਨਸਾਈਡ ਲਾਈਨਸ ਮੀਨਸ ਇੱਕ ਲਾਈਨ ਦੇ ਉੱਪਰ ਹੀ ਦੂਜੀ ਲਾਈਨ ਬਣ ਜਾਏਗੀ ਮਤਲਬ ਜਾਂ ਕਹ ਲਓ ਦੋਨੋਂ ਇਕੁਏਸ਼ਨ ਦੀ ਸੇਮ ਲਾਈਨ ਹੀ ਬਣੇਗੀ ਗ੍ਰਾਫ ਦੇ ਉੱਪਰ ਠੀਕ ਹੈ ਤਾਂ ਸਿੰਗਲ ਲਾਈਨ ਹੀ ਅਬਟੇਨ ਹੋਏਗੀ ਪਹਿਲੀ ਇਕੁਏਸ਼ਨ ਤੋਂ ਵੀ ਦੂਜੀ ਇਕੁਏਸ਼ਨ ਤੋਂ ਵੀ ਆਪਾਂ ਤੁਹਾਨੂੰ ਕੋਇਨਸਾਈਡਸ ਬੋਲਦੇ ਲਾਈਨਸ ਬੋਲਦੇ ਆਪਾਂ ਤੇ ਥਰਡ ਕੇਸ ਆ ਇਫ ਨੋ ਸੋਲੂਸ਼ਨ ਕੋਈ ਸੋਲੂਸ਼ਨ ਹੈ ਹੀ ਨਹੀਂਗਾ ਤੇ ਜਿਹੜੀਆਂ ਦੋਨੋਂ ਲਾਈਨਸ ਹੋਣੀਆਂ ਗ੍ਰਾਫ ਦੇ ਉੱਪਰ ਉਹ ਪੈਰਲਲ ਹੋ ਜਾਣਗੀਆਂ ਇੱਕ ਦੂਜੇ ਦੇ ਮਤਲਬ ਕਿਸੇ ਵੀ ਜਗ੍ਹਾ ਤੇ ਕੱਟ ਨਹੀਂ ਕਰਨਗੀਆਂ ਤਾਂ ਸਿੱਧਾ ਯਾਦ ਕਰਨ ਦਾ ਤਰੀਕਾ ਦੇਖੋ ਜੇ ਲਾਈਨ ਇੱਕ ਜਗ੍ਹਾ ਤੇ ਕੱਟ ਕਰ ਰਹੀ ਹੈ ਤਾਂ ਮੈਂ ਆਪਣੇ ਕੀ ਕਹਿੰਦੇ ਆ ਯੂਨੀਕ ਸੋਲੂਸ਼ਨ ਵਾਲਾ ਕੇਸ ਹੋਏਗਾ ਅਗਰ ਲਾਈਨ ਕੱਟ ਹੀ ਨਹੀਂ ਕਰ ਰਹੀਆਂ ਪੈਰਲਲਸ ਬਣ ਗਈਆਂ ਤਾਂ ਨੋ ਸੋਲੂਸ਼ਨ ਹੋਏਗਾ ਅਗਰ ਇੱਕ ਲਾਈਨ ਦੇ ਉੱਪਰ ਹੀ ਦੂਜੀ ਲਾਈਨ ਆ ਗਈ ਆ ਤਾਂ ਆਪਾਂ ਕਹਿੰਦੇ ਆ ਇਹ ਹਰੇਕ ਜਿਹੜੀ ਲਾਈਨਸ ਆ ਉਹ ਹਰੇਕ ਪੁਆਇੰਟ ਤੇ ਕੱਟ ਰਹੀ ਆ ਇੱਕ ਲਾਈਨ ਦੇ ਉੱਪਰ ਹੀ ਦੂਜੀ ਲਾਈਨ ਆ ਗਈ ਆ ਤਾਂ ਲਾਈਨਾਂ ਇੱਕ ਦੂਜੇ ਨੂੰ ਹਰੇਕ ਪੁਆਇੰਟ ਤੇ ਕੱਟ ਰਹੀਆਂ ਵਾ ਤਾਂ ਉਦੋਂ ਆਪਾਂ ਕਹਿੰਦੇ ਮੈਨੀ ਸੋਲੂਸ਼ਨਸ ਆ ਤਾਂ ਤਿੰਨ ਕੇਸਸ ਆ ਉਹ ਤੇ ਤਿੰਨ ਹੀ ਗ੍ਰਾਫ ਬਣਦੇ ਫਿਰ ਆਪਣੇ ਕੋਲੇ ਤਿੰਨ ਤਰ੍ਹਾਂ ਦੇ ਗ੍ਰਾਫ ਆ ਫਿਰ ਇਹਦੀ ਬੇਸ ਤੇ ਆਪਾਂ ਡਿਸਾਈਡ ਕਰਦੇ ਆ ਇੱਕ ਹੋਰ ਚੀਜ਼ ਪੁੱਛੀ ਹੋਈ ਹੈ ਥਰਡ ਪਾਰਟ ਦੇ ਵਿੱਚ ਤੁਹਾਨੂੰ ਕਿ ਇਕੁਏਸ਼ਨਸ ਆਰ ਕੰਸਿਸਟੈਂਟ ਔਰ ਇਨਕਨਸਿਸਟੈਂਟ ਇਹ ਪੁੱਛਿਆ ਵਾ ਆਪਾਂ ਨੂੰ ਤਾਂ ਇਕੁਏਸ਼ਨਸ ਨੂੰ ਆਪਾਂ ਕੰਸਿਸਟੈਂਟ ਜਾਂ ਇਨਕਨਸਿਸਟੈਂਟ ਕਿਹਦੇ ਬੇਸ ਤੇ ਕਹਿ ਸਕਦੇ ਆ ਤਾਂ ਉਹਦੇ ਲਈ ਸਿੰਪਲ ਜਿਹਾ ਰੂਲ ਆ ਅਗਰ ਆਪਣੇ ਕੋਲੇ ਕੋਈ ਨਾ ਕੋਈ ਸੋਲੂਸ਼ਨ ਹੈਗਾ ਜਾਂ ਆਪਾਂ ਕਹ ਲਈਏ ਮੈਨੀ ਸੋਲੂਸ਼ਨ ਆ ਜਾਂ ਵਨ ਸੋਲੂਸ਼ਨ ਆ ਤਾਂ ਉਦੋਂ ਬੋਲਾਂਗੇ ਲਾਈਨਸ ਆਰ ਕੰਸਿਸਟੈਂਟ ਜਾਂ ਇਕੁਏਸ਼ਨਸ ਆਰ ਕੰਸਿਸਟੈਂਟ ਤੇ ਅਗਰ ਆਪਣੇ ਕੋਲੇ ਆਨਸਰ ਹੀ ਹੈ ਨਹੀਂ ਕੋਈ ਤਾਂ ਆਪਾਂ ਬੋਲਾਂਗੇ ਇਕੁਏਸ਼ਨਸ ਆਰ ਇਨਕਨਸਿਸਟੈਂਟ ਠੀਕ ਹੈ ਇਨਕਨਸਿਸਟੈਂਟ ਕਦੋਂ ਹੋਏਗਾ ਜਦੋਂ ਕੋਈ ਆਨਸਰ ਨਹੀਂ ਆ ਰਿਹਾ ਉਦੋਂ ਆਪਾਂ ਲਾਈਨਸ ਬੋਲਾਂਗੇ ਇਨਕਨਸਿਸਟੈਂਟ ਆ ਤੇ ਜਦੋਂ ਕੋਈ ਆਪਣੇ ਕੋਲੇ ਕੋਈ ਨਾ ਕੋਈ ਆਨਸਰ ਆ ਰਿਹਾ ਜਾਂ 1 ਆ ਰਿਹਾ ਜਾਂ 1 ਤੋਂ ਜ਼ਿਆਦਾ ਆਨਸਰ ਆ ਰਹੇ ਆ ਤਾਂ ਉਦੋਂ ਬੋਲਾਂਗੇ ਲਾਈਨਸ ਆਰ ਕੰਸਿਸਟੈਂਟ ਕਲੀਅਰ ਆ ਬਤਾ ਯੈਸ ਸਰ ਹੋਰ ਬਹੁਤ ਡਾਊਟ ਦੱਸੋ ਮੈਨੂੰ ਫਸਟ ਸੈਕੰਡ ਐਕਸਰਸਾਈਜ਼ ਦੇ ਵਿੱਚੋਂ ਹੋਰ ਬੋਲੋ 3.1 3.2 ਦੇ ਵਿੱਚੋਂ ਡਾਊਟਸ ਦੱਸਣੇ ਤੁਸੀਂ ਤੇ ਕੱਲ ਦਾ ਕੰਮ ਵੀ ਪੁੱਤ ਸੁਣ ਲਓ ਆਪਣਾ ਕੱਲ ਤੁਸੀਂ ਐਕਸਰਸਾਈਜ਼ ਆਪਣੀ 3. ਸਿਲੇਬਸ ਪੁੱਤ ਕਲੀਅਰ ਹੈ ਨਾ ਸਾਰਿਆਂ ਨੂੰ ਫਸਟ 3 ਚੈਪਟਰਸ ਤੁਹਾਨੂੰ ਆਉਣਗੇ ਠੀਕ ਹੈ ਪੇਪਰ ਦੇ ਵਿੱਚ ਫਸਟ ਸੈਕੰਡ ਥਰਡ ਚੈਪਟਰ ਤੇ ਕੱਲ ਤੁਸੀਂ ਜਿਹੜਾ ਬਾਕੀ ਚੈਪਟਰ ਰਹਿ ਜਾਏਗਾ ਠੀਕ ਹੈ ਦਿਨ ਆਪਣੇ ਕੋਲੇ ਘੱਟ ਆ ਹੁਣ 3.3 ਤੋਂ ਲੈ ਕੇ 6 ਤੱਕ ਕਿਹੜੇ ਸਮ ਆ ਠੀਕ ਹੈ ਤੁਸੀਂ ਕਰਨੀ ਗੱਲ ਕਰੇ ਜ਼ਰੂਰੀ ਨਹੀਂ ਸਾਰੇ ਸਮ ਹੀ ਕਰਨੀ ਰਿਵੀਜ਼ਨ ਹੀ ਲੈਣੀ ਕਿਉਂਕਿ ਆਪਾਂ ਨੂੰ ਹਜੇ 4-5 ਦਿਨ ਹੀ ਹੋਏ ਆ ਬਾਹਲੇ ਦਿਨ ਨਹੀਂ ਹੋਏ ਕੀਤਿਆਂ ਨੂੰ ਤਾਂ ਬਹੁਤ ਜਲਦੀ ਤੁਹਾਡੀ ਰਿਵੀਜ਼ਨ ਹੋ ਜਾਏਗੀ ਠੀਕ ਹੈ ਚੀਜ਼ ਦੀ ਬਸ ਸਟੇਟਮੈਂਟ ਵਾਲੇ ਬਹੁਤ ਸਮ ਦੁਬਾਰਾ ਕਰਕੇ ਦੇਖ ਲਿਓ ਠੀਕ ਹੈ ਬਾਕੀ ਤੁਹਾਨੂੰ ਮੈਥਡਸ ਤਾਂ ਕਲੀਅਰ ਹੈਗੇ ਹੀ ਹੈਗੇ ਆ ਜਿਹੜਾ ਕ੍ਰਾਸ ਮਲਟੀਪਲਾਈ ਮੈਥਡ ਆ ਜਾਂ ਆਪਣੇ ਕੋਲੇ ਦੂਜਾ ਕੀਤਾ ਸੀ ਆਪਾਂ ਸਬਸਟੀਟਿਊਸ਼ਨ ਮੈਥਡ ਕੀਤਾ ਸੀ ਇੱਕ ਆਪਾਂ ਐਲੀਮੀਨੇਸ਼ਨ ਮੈਥਡ ਕੀਤਾ ਤਿੰਨ ਮੈਥਡਸ ਕੀਤੇ ਸੀ ਆਪਾਂ ਕੁਐਸਚਨ ਨੂੰ ਸੋਲਵ ਕਰਨ ਦੇ ਤਾਂ ਮੈਥਡਸ ਅਗਰ ਤੁਸੀਂ ਰਿਵਾਈਜ਼ ਕਰਨੇ ਹੋਏ ਤਾਂ ਤੁਹਾਡੇ ਕੋਲ ਵੀਡੀਓਜ਼ ਹੈਗੀਆਂ ਵਾ ਠੀਕ ਹੈ ਤਾਂ ਪਰ ਤੁਸੀਂ ਜਿਹੜਾ ਧਿਆਨ ਜ਼ਿਆਦਾ ਦੇਣਾ ਵਾ
ਉਹ ਮੈਂ ਤੁਹਾਨੂੰ ਕਿਹਾ ਸਟੇਟਮੈਂਟ ਸਮ ਦੇ ਉੱਪਰ ਦਿਓ, ਠੀਕ ਹੈ। ਤਾਂ ਸਟੇਟਮੈਂਟਸ ਬਣਾ ਕੇ ਦੇਖਿਓ, ਉਹਨੂੰ ਇਕੁਏਸ਼ਨ ਨੂੰ ਜੋ ਆਪ ਨੂੰ ਸਿਚੁਏਸ਼ਨ ਦਿੱਤੀ ਹੋਈ ਹੈ ਸਟੇਟਮੈਂਟ ਦੇ ਵਿੱਚ, ਤਾਂ ਉਹਨੂੰ ਟਰਾਈ ਕਰਿਓ ਕਨਵਰਟ ਕਰਨ ਦੀ ਮੈਥਮੈਟਿਕਲੀ ਫਾਰਮ ਦੇ ਵਿੱਚ। ਤੇ ਉਹਦੇ ਵਿੱਚ ਜਿੰਨੇ ਵੀ ਤੁਹਾਨੂੰ ਡਾਊਟਸ ਲੱਗਣਗੇ, ਠੀਕ ਹੈ, ਇਕੁਏਸ਼ਨ ਬਣਾਉਣ 'ਚ ਜੋ ਵੀ ਤੁਹਾਨੂੰ ਪਰੇਸ਼ਾਨੀ ਆਏਗੀ, ਤਾਂ ਕੱਲ ਮੇਰੇ ਨਾਲ ਡਿਸਕਸ ਕਰਨੀ ਹੈ, ਠੀਕ ਹੈ, ਤੁਸੀਂ ਸਾਰੀਆਂ ਤੁਸੀਂ। ਓਕੇ ਸਰ। ਅੱਜ ਉਹ ਦੇਖੋ Okay, ਕਿਸੇ ਨੇ, sir. ਹਾਂਜੀ ਪਤਾ ਇੱਕ 3.2 ਅਗਰ ਹੋ ਗਈ ਹੈ, 3.3 ਵੀ ਓਪਨ ਕਰ ਲਓ ਹੁਣੇ ਹੀ। ਫਿਰ ਜੇ ਕੋਈ ਕਿਸੇ ਨੇ 3.2 ਨੂੰ ਦੁਬਾਰਾ ਕੋਈ ਸਮਝਣਾ ਸਮਝਦਾ, ਇੱਕ ਵਾਰੀ ਹੁਣ ਬੋਲ ਦਿਓ ਮੈਨੂੰ, ਅਗਰ ਤੁਹਾਨੂੰ ਲੱਗਦਾ ਕਲੀਅਰ ਹੈ 3.1 ਐਂਡ 2। नो प्रॉब्लम सर। ਹਾਂਜੀ ਠੀਕ ਹੈ। ਫਿਰ 3.3 ਐਕਸਰਸਾਈਜ਼ ਖੋਲੋ ਫਿਰ ਆਪਣੇ ਕੋਲੇ, ਸਬਸਟੀਟਿਊਸ਼ਨ ਮੈਥਡ ਦੀ ਮੀਨਸ ਮਤਲਬ ਆਪਣੇ ਕੋਲੇ, ਤੇ ਉਹਦੇ ਸਟੇਟਮੈਂਟ ਵਾਲੀ ਸਮ ਹੀ ਦੇਖ ਲਓ, ਬਾਕੀ ਤਾਂ ਤੁਹਾਨੂੰ ਮੈਥਡ ਤਾਂ ਆਉਂਦਾ ਹੀ ਹੈ ਸਾਰਿਆਂ ਨੂੰ। ਬਸ ਸਟੇਟਮੈਂਟ ਵਾਲੇ ਸਮ ਦੇ ਉੱਪਰ ਨਿਗਾਹ ਮਾਰੋ, ਅਗਰ ਕੋਈ ਦੁਬਾਰਾ ਕਰਨਾ ਸਮ ਤਾਂ ਬੋਲ ਦਿਓ ਮੈਨੂੰ। Sir, ਹਾਂਜੀ ਉਹ ਦੱਸੋ। sir, third ਦਾ ਜਿਹੜਾ first part ਆ ਉਹਦੇ ਵਿੱਚ ਲਿਖਿਆ one number is 3 times than the other, sir ਉਹਦਾ meaning ਕੀ ਹੋਇਆ? ਸਟੇਟਮੈਂਟ ਪੂਰੀ ਬੋਲ ਦਿਓ, ਤਾਂ ਮੈਂ ਸਾਰਾ ਸਮ ਹੀ ਕਰਵਾ ਦੇਣਾ ਤੁਹਾਨੂੰ। The difference between the two number is 26 and one number is a 3 times than the other, find them. ਠੀਕ ਹੈ। ਗਿਵਨ ਆਪਨ ਸਟੇਟਮੈਂਟ ਆ ਕਿ ਡਿਫਰੈਂਸ ਆਫ ਦਾ ਟੂ ਨੰਬਰਸ ਇਜ਼ ਕਿੰਨਾ ਬੇਟਾ? 18 Sir, 26. 26 ਠੀਕ ਹੈ ਬੇਟਾ। ਤਾਂ ਆਪਾਂ ਨੂੰ ਕਿਹਾ ਹੋਇਆ ਕਿ ਦੋ ਨੰਬਰਸ ਆ, ਤਾਂ ਨੰਬਰ ਬਾਰੇ ਆਪਾਂ ਨੂੰ ਪਤਾ ਨਹੀਂ, ਤਾਂ ਪਹਿਲਾਂ ਸਟਾਰਟਿੰਗ ਸਭ ਤੋਂ ਪਹਿਲਾਂ ਮੇਨ ਕੰਮ ਹੁੰਦਾ ਆਪਾਂ ਜੋ ਅਨਨੋਨ ਵੈਲਿਊ ਆਪਾਂ ਨੂੰ ਪਤਾ ਨਹੀਂ ਜਿੰਨਾ ਬਾਰੇ, ਤਾਂ ਲੈਟ ਕਰ ਲਓ ਉਹਨਾਂ ਨੂੰ ਕੋਈ ਨਾਮ ਦੇ ਦਿਓ। ਤਾਂ ਲੈਟ ਦ ਫਰਸਟ ਨੰਬਰ ਇਜ਼ x ਐਂਡ ਸੈਕੰਡ ਨੰਬਰ, ਜੋ ਆਪਣਾ ਸੈਕੰਡ ਨੰਬਰ ਆ ਉਹਨੂੰ ਆਪਾਂ ਲੈਟ ਕਰ ਲੈਨੇ ਆ y। ਤਾਂ ਅਕੋਰਡਿੰਗ ਟੂ ਕੁਐਸਚਨ given that the difference of two number, difference ਦਾ ਮਤਲਬ ਹੁੰਦਾ ਉਹ ਮਾਈਨਸ ਕਰਨਾ ਆਪਾਂ ਦੋਵਾਂ ਨੂੰ, ਜਿਵੇਂ ਆਪਾਂ ਕਹੀਏ ਨਾ ਦੋ ਬੱਚੇ ਆ, ਦੋਵਾਂ ਦੀ ਏਜ ਦਾ ਡਿਫਰੈਂਸ 2 ਸਾਲ ਦਾ ਵਾ, ਇਹਦਾ ਮਤਲਬ ਕੀ ਹੋਇਆ ਕਿ ਅਗਰ ਆਪਾਂ ਦੋਵਾਂ ਦੀ ਏਜ ਨੂੰ ਮਾਈਨਸ ਕਰਾਂਗੇ ਤਾਂ ਇਕੁਅਲ ਟੂ ਜਿੰਨਾ ਆਪਾਂ ਕਹਿ ਰਹੇ ਉਹਦੇ ਇਕੁਅਲ ਹੋਏਗਾ। ਤਾਂ ਹੁਣ ਆਪਾਂ ਨੂੰ ਡਿਫਰੈਂਸ 26 ਗਿਵਨ ਸੀਗਾ, ਤਾਂ ਆਪਾਂ x ਮਾਈਨਸ y ਨੂੰ ਇਕੁਅਲ ਰੱਖ ਸਕਦੇ ਹਾਂ 26 ਦੇ। ਫਿਰ ਉਹ ਕਹਿ ਰਹੇ ਆ one number is 3 times the other number, ਤਾਂ ਟਾਈਮਸ ਦਾ ਮਤਲਬ ਉਹ ਤਾਂ ਦੇਖੋ ਮਤਲਬ ਸੈਕੰਡ ਜਾਂ ਫਸਟ ਕਲਾਸ ਤੁਹਾਨੂੰ ਉਹ ਟੇਬਲ ਕਰਾਉਣ ਲੱਗ ਜਾਂਦੇ ਆ, ਤਾਂ ਟੇਬਲ ਆਪਾਂ ਕਿਵੇਂ ਪੜ੍ਹਦੇ ਹੁੰਦੇ ਸੀ, ਯਾਦ ਕਰੋ। ਟੇਬਲ ਨੂੰ ਪੜ੍ਹਨ ਦਾ ਤਰੀਕਾ ਕੀ ਸੀ, ਉਹਦੇ ਵਿੱਚ ਕੀ ਬੋਲਦੇ ਹੁੰਦੇ ਸੀ ਆਪਾਂ? ਜੇ ਮੰਨ ਲਓ ਆਪਾਂ 5 ਦਾ ਟੇਬਲ ਪੜ੍ਹ ਰਹੇ ਹਾਂ ਤਾਂ ਪੜ੍ਹੋ ਕੀ ਕਹਿੰਦੇ ਹੁੰਦੇ ਆਪਾਂ? ਦੱਸੋ ਬਤਾ। 5 1 5 5 2 10। ਹਾਂ 5 3 15। ਹਾਂਜੀ ਬਤਾ, ਇਸ ਤਰ੍ਹਾਂ ਆਪਾਂ ਬੋਲਦੇ ਟਾਈਮਸ, ਮਤਲਬ ਉਹਦੇ ਵਿੱਚ ਆਪਾਂ ਟਾਈਮਸ ਵਰਡ ਵੀ ਯੂਜ਼ ਕਰ ਲੈਂਦੇ ਹੁੰਦੇ, ਕਈ ਵਾਰ ਵਰਤੇ ਤੁਸੀਂ, ਮਤਲਬ ਮੇ ਵੀ ਆਪਾਂ ਵਰਤ ਸਕਦੇ ਹੁੰਦੇ ਵਿੱਚ 5 times 3 is 15। 5 times 3 ਮੀਨਸ ਕਿ 3 ਨੂੰ ਆਪਾਂ ਅਗਰ 5 ਟਾਈਮਸ ਕਰ ਦਾਂਗੇ ਜਾਂ 3 ਦਾ 5 ਦਾ 3 ਟਾਈਮਸ ਕਰ ਦਾਂਗੇ ਤਾਂ ਆਪਣੇ ਕੋਲੇ 15 ਆਏਗਾ ਨਾ। ਟਾਈਮਸ ਹੁੰਦਾ ਉਹਨੇ ਗੁਣਾ, ਮਲਟੀਪਲਾਈ। ਤੇ ਜੇ ਆਪਾਂ ਨੂੰ ਕਿਹਾ ਕਿ 1 ਨੰਬਰ ਇਜ਼ 3 ਟਾਈਮਸ ਦਾ ਅਦਰ ਨੰਬਰ, ਇਟ ਮੀਨਸ ਜਿਹੜਾ ਪਹਿਲਾ ਨੰਬਰ ਆ ਦੂਜੇ ਨੰਬਰ ਤੋਂ 3 ਗੁਣਾ ਵੱਡਾ ਵਾ। ਠੀਕ ਹੈ, ਤਾਂ ਇੱਕ ਉਹਦੇ ਅਕੋਰਡਿੰਗ ਆਪਾਂ ਕੀ ਲਿਖਾਂਗੇ ਇੱਥੇ ਫਿਰ ਕਿ 1 ਨੰਬਰ ਇਜ਼ 3 ਟਾਈਮਸ ਦਾ ਅਦਰ ਨੰਬਰ, ਜਿਹੜਾ x ਆ ਉਹ y ਨਾਲੋਂ 3 ਗੁਣਾ ਵੱਡਾ, 3 ਟਾਈਮਸ ਅਦਰ ਨੰਬਰ, ਤਾਂ x ਇਕੁਅਲ ਟੂ 3y ਹੈ ਇੱਥੇ। ਇੱਕ ਪਤਾ ਤੁਸੀਂ ਪੁੱਛ ਸਕਦੇ ਮੈਨੂੰ ਕਿ y ਨੂੰ ਆਪਾਂ 3x ਕਦੋਂ ਨਹੀਂ ਲਿਖਿਆ, ਤਾਂ ਤੁਹਾਨੂੰ ਇੱਥੋਂ ਹੀ ਪਤਾ ਲੱਗ ਗਿਆ ਨਾ ਕਿ ਨੰਬਰ ਕਿਹੜਾ ਵੱਡਾ ਹੋਏਗਾ। ਦੋ ਨੰਬਰਾਂ ਦਾ ਡਿਫਰੈਂਸ 26 ਆ, ਇੱਥੋਂ ਕੀ ਪਤਾ ਲੱਗ ਰਿਹਾ x ਵੱਡਾ ਕਿ y ਵੱਡਾ ਨੰਬਰ ਆ? ਬੋਲੋ ਬਤਾ।
x ग्रेटर नंबर आ कि y ग्रेटर नंबर आ? x माइनस Sir, X. Sir, हाँ X. क्योंकि ਆਪਾਂ x ਦੇ ਵਿੱਚ ਤੋਂ y ਮਾਈਨਸ ਕੀਤਾ ਤਾਂ ਪਲੱਸ ਦਾ 26 ਆ ਰਿਹਾ, ਇਟ ਮੀਨਸ x ਗ੍ਰੇਟਰ ਨੰਬਰ ਆ, ਤਾਂ ਫਿਰ ਆਪਾਂ x ਨੂੰ ਹੀ 3 ਟਾਈਮਸ y ਲਿਖਣਾ ਵਾ। ਤਾਂ ਇਹ ਦੋ ਕੁਐਸਚਨ ਬਣ ਗਏ ਤੁਹਾਡੇ ਕੋਲੇ, ਇੱਕ ਫਰਸਟ ਕੁਐਸਚਨ ਇਹ ਹੋ ਗਈ ਆ, ਸੈਕੰਡ ਕੁਐਸਚਨ ਆਪਣੇ ਕੋਲੇ ਇਹ ਆ ਗਈ x ਇਕੁਅਲ ਟੂ 3y। ਤਾਂ ਦੋਨੋਂ ਕੁਐਸਚਨ ਤੇ ਸਬਸਟੀਟਿਊਸ਼ਨ ਲਗਾ ਲਾਂਗੇ, ਸਬਸਟੀਟਿਊਸ਼ਨ ਮੀਨਸ ਵੈਲਿਊ ਬਣਾ ਕੇ ਉੱਥੇ ਭਰ ਦਾਂਗੇ ਆਪਾਂ, ਤਾਂ ਉੱਥੋਂ ਆਪਣੇ ਕੋਲੇ x ਜਾਂ y ਦੀਆਂ ਦੋਨੋਂ ਵੈਲਿਊ ਆ ਜਾਣਗੀਆਂ। ਪਹਿਲਾਂ ਇੱਕ ਆਊਗੀ ਫਿਰ ਉਹਦੀ ਵੈਲਿਊ ਪੁੱਟ ਕਰਕੇ ਦੂਜੀ ਆ ਜਾਊਗੀ। Okay, sir. ਹਾਂਜੀ ਉਹ ਦੱਸੋ। ਹੋਰ ਬੋਲੋ ਬਤ ਸਮੋਈ 3.3 ਦਾ। ਪੁੱਤ ਯਾਰ ਜਿਨ੍ਹਾਂ ਨੇ ਚੈਪਟਰ ਪਹਿਲਾਂ ਕੀਤਾ ਹੋਇਆ ਵਾ ਤਾਂ ਇਹ ਚੀਜ਼ ਨਾ ਹੋਵੇ ਤੁਸੀਂ ਸਿਰਫ ਕਲਾਸ ਲਾਉਣ ਦੇ ਮਾਰੇ ਇੱਥੇ ਆ ਜਾਂਦੇ ਆ, ਆਪਣੇ ਡਾਊਟਸ ਵੀ ਨਾਲ ਲੈ ਕੇ ਆਉਣੇ, ਠੀਕ ਹੈ ਪੁੱਤ ਰੋਜ਼ ਦੇ। ਕੱਲ ਤੋਂ ਮੈਂ ਨਾਮ ਲੈ ਕੇ ਤੁਹਾਡੇ ਡਾਊਟਸ ਪੁੱਛੂੰਗਾ, ਠੀਕ ਹੈ ਹਰੇਕ ਤੋਂ, ਕਿ ਦਿਖਾਓ ਸਾਹਮਣੇ ਜਿਹੜੇ ਤੁਸੀਂ ਕੀਤੇ ਸੀ ਤੇ ਜਿਹੜੇ ਡਾਊਟਸ ਤੁਹਾਡੇ ਆਏ ਆ, ਠੀਕ ਹੈ Okay, sir. ਠੀਕ ਹੈ ਪੁੱਤ। ਅੱਜ ਕੋਈ ਨਿਊ ਬੱਚਾ ਤਾਂ ਨਹੀਂ ਆਏਗਾ? ਫਸਟ ਡੇ ਵਾਲਾ ਕੋਈ ਬੱਚਾ ਹੈਗਾ ਅੱਜ? ਦੇਖੋ ਹੈ ਤਾਂ ਪੁੱਤ ਦੱਸੋ ਮੈਨੂੰ ਮਾੜਾ ਇੱਕ ਵਾਰੀ, ਕੋਈ ਹੈ ਤਾਂ ਮਾਈਕ ਆਨ ਕਰਕੇ ਆਪਣਾ ਦੱਸ ਦਿਓ ਮੈਨੂੰ, ਕੋਈ ਬੱਚਾ ਫਸਟ ਡੇ ਕਲਾਸ ਲਾ ਰਿਹਾ ਤਾਂ। ਇੱਕ ਪੁੱਤ ਨਾ ਸੈਕਸ਼ਨ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਆਪਦੇ, ਕਈ ਬੱਚਿਆਂ ਨੇ ਸੈਕਸ਼ਨ ਨਹੀਂ ਮੈਂਸ਼ਨ ਕੀਤੇ ਹੋਏ, ਉਹ ਅਟੈਂਡੈਂਸ ਨਹੀਂ ਫਿਰ ਲੱਗਦੀਗੀ। ਜੈਦੀ ਪੁੱਤ ਆਪਣਾ ਨਾ ਸੈਕਸ਼ਨ ਮੈਂਸ਼ਨ ਕਰੋ, ਠੀਕ ਹੈ ਨਾਮ ਦੇ ਪਿੱਛੇ, ਕਿਉਂ ਮੈਨੂੰ ਤੁਹਾਡਾ ਪਤਾ ਨਹੀਂ ਤੁਸੀਂ ਕਿਹੜੇ ਕਿਹੜੇ ਸੈਕਸ਼ਨ ਦੇ ਵਿੱਚੋਂ, ਤਾਂ ਅਟੈਂਡੈਂਸ ਤੁਹਾਡੀ ਸਹੀ ਨਹੀਂ ਲੱਗੇਗੀ ਫਿਰ।